अस्सलाम वालेकुम। प्रोग्राम ਹੁੰਗਾਰਾ ਨਾਲ ਤਾਹਿਰ ਪੱਟੀ ਤੁਹਾਡੀ ਖਿਦਮਤ 'ਚ ਹਾਜ਼ਰ ਹੈ। ਇੱਕ ਗੱਲ ਅੱਜ ਲੱਭੀ ਹੈ, ਲੇਕਿਨ ਉਹ ਮੈਂ ਥੋੜੀ ਜੀ ਇਬਤਦਾਈ ਗੁਜ਼ਾਰਿਸ਼ਾਤ ਤੋਂ ਬਾਅਦ ਸੁਣਾਵਾਂਗਾ। ਉਹ ਹੈ ਤਹਦੀਸੇ ਨਿਮਤ ਕਿਤਾਬ ਵਿੱਚ ਇਜ਼ਫੁल्ला खान ਸਾਹਿਬ ਦੀ। ਉਹਦੇ 'ਚੋਂ ਬਹੁਤ ਅਰਸਾ ਪਹਿਲਾਂ ਪੜ੍ਹੀ ਸੀ, ਲੇਕਿਨ ਉਹ ਹੁਣ ਕੁਛ ਤਾਜ਼ਾ ਹਵਾਲੇ ਨਾਲ ਉਹ ਹੀ ਵਾਕਿਆ ਔਰ ਉਹ ਗੱਲ ਜ਼ਿਹਨ 'ਚ ਆਉਣ ਲੱਗ ਪਈ ਕਿ ਵੀ ਅੱਜ ਉਹਦੀ ਵਾਰੀ ਹੈ ਔਰ ਅੱਜ ਉਹਦੀ ਗੱਲ ਹੋਣੀ ਚਾਹੀਦੀ ਹੈ। ਕਿਉਂਕਿ ਬੇਹਿੱਸੀ ਦਾ ਚूँकि ਇੱਕ ਸਿਲਸਿਲਾ ਚੱਲ ਰਿਹਾ ਸੀ, ਬੇਹਿੱਸੀ ਦੇ ਵਿੱਚ ਜਿਹੜੀਆਂ ਤੁਹਾਡੀ ਤਰਜੀਹਾਤ ਨੇ ਜਾਂ ਤੁਸੀਂ ਕਿਹੜੀ ਸ਼ੈ ਫੜਨੀ ਹੈ ਅਤੇ ਕਿਹੜੀ ਛੱਡਣੀ ਹੈ, ਇਹਦੇ 'ਤੇ ਬਹੁਤ ਬੁਨਿਆਦੀ ਫ਼ਰਕ ਆਉਣਾ ਸ਼ੁਰੂ ਹੋ ਜਾਂਦਾ। ਜਿਸ ਵੇਲੇ ਤੁਹਾਡਾ ਸਾਰਾ ਨਿਜ਼ਾਮ ਸਿੱਧਾ ਹੋਵੇ, ਤੁਹਾਡੀਆਂ ਹਿੱਸਿਆਤ ਤੁਹਾਡਾ ਸਿਰ ਦਾ ਜਿਹੜਾ ਹੁਕਮ ਹੈ ਉਹ ਪੈਰਾਂ ਤੱਕ ਜਾਂਦਾ ਹੋਵੇ ਔਰ ਦਰਮਿਆਨੀ ਅਜ਼ਾਬ ਵੀ ਜਿਹੜੇ ਨੇ ਉਹ ਦਿਮਾਗ ਦੇ ਪਿੱਛੇ ਔਰ ਤੁਹਾਡੇ ਜਜ਼ਬਾਤ ਦੇ ਔਰ ਕੈਫੀਆਤ ਦੇ ਤਾਬੇ ਅਮਲ ਕਰਨ ਦੇ ਅਹਿਲ ਹੋਣ, ਉਹਦੇ ਕਾਬਲ ਹੋਣ, ਉਹਦੇ ਵਾਸਤੇ ਤੁਹਾਡੀ ਟੋਟਲ ਮੁਕੰਮਲ ਹਰ ਤਰ੍ਹਾਂ ਦੀ ਸਿਹਤ ਜਿਸਮਾਨੀ ਜਿਹੜੀ ਹੈ ਉਹ ਰੂਹਾਨੀ ਵੀ ਉਹ ਬਹੁਤ ਜ਼ਰੂਰੀ ਹੁੰਦੀ ਹੈ। ਲੇਕਿਨ ਬਿਮਾਰੀਆਂ ਫਿਰ ਜਿਹੜੀਆਂ ਨੇ ਉਹ ਇੰਝ ਹੀ ਹੁੰਦਾ ਕਿ 11ਵੀਂ ਦਾ ਪਤਾ ਜਿਹੜਾ ਉਹ 12ਵੀਂ ਵਾਲੇ ਦਿਨ ਲੱਗਦਾ। ਇਹਦੇ ਵੀ ਮੈਂ ਥੋੜ੍ਹੀ ਜਿਹੀ ਵਜ਼ਾਹਤ ਕਰ ਦਿਆਂ ਕਿ ਇਹ ਜਿਹੜਾ ਪਿੰਡਾਂ 'ਚ ਰਿਵਾਜ ਹੁੰਦਾ ਸੀ ਨਾ 11ਵੀਂ ਵਾਲੇ ਪੀਰ ਦੀ ਖੈਰਾਤ ਦੇ ਤੌਰ 'ਤੇ ਉਹ ਖੀਰਾਂ ਸ਼ੀਰਾਂ ਜਾਂ ਦੁੱਧ ਦੀਆਂ ਡਿਸ਼ਾਂ ਬਾਜ਼ ਬਣਾ ਕੇ ਖੀਰ ਹੀ ਜ਼ਿਆਦਾਤਰ ਹੁੰਦੀ ਤਾਂ ਉਹ ਵੰਡਦੇ ਸਨ। ਲੇਕਿਨ ਜਿਸ ਵੇਲੇ ਉਹ 11ਵੀਂ ਵਾਲੇ ਦਿਨ ਤਾਂ ਫਿਰ 11ਵੀਂ ਦੀ ਖੀਰ ਪਕਾ ਲਈ, ਦੁੱਧ ਸਾਰਾ ਇਸਤੇਮਾਲ ਕੀਤਾ, ਬਲਕਿ ਇੱਧਰੋਂ ਉੱਧਰੋਂ ਵੀ ਇਕੱਠਾ ਕਰਕੇ ਇਸਤੇਮਾਲ ਕਰ ਲਿਆ। ਦੂਜੇ ਦਿਨ ਫਿਰ ਦੁੱਧ ਤਾਂ ਹੁੰਦਾ ਕੋਈ ਨਹੀਂ ਸੀ, ਨਾ ਰਾਤ ਨੂੰ ਜਾਗ ਲੱਗੀ ਨਾ ਸਵੇਰੇ ਲੱਸੀ ਬਣੀ, ਅਤੇ ਉਹ ਫਿਕਰਾ ਫਿਰ ਪਿੰਡਾਂ 'ਚ ਬਣਿਆ ਕਿ 11ਵੀਂ ਦਾ ਪਤਾ 12ਵੀਂ ਵਾਲੇ ਦਿਨ ਲੱਗਦਾ, ਜਦੋਂ ਦੁੱਧ ਤੇ ਦੁੱਧ ਹੋ ਗਿਆ, ਲੱਸੀ ਵੀ ਲੋਕਾਂ ਨੂੰ ਮੰਗ ਕੇ ਲਿਆਉਣੀ ਪੈਂਦੀ ਹੈ। ਇਹ ਜਿਨ੍ਹਾਂ ਦੀ ਤਰਜੀਹਾਤ ਮੁਆਸ਼ਰਿਆਂ ਦੀਆਂ ਖਰਾਬ ਹੋ ਜਾਂਦੀਆਂ ਨੇ ਔਰ ਜਿਨ੍ਹਾਂ ਇਦਾਰਿਆਂ ਔਰ ਅਫਰਾਦ ਔਰ ਹੁਕੂਮਤਾਂ ਔਰ ਰਿਆਸਤਾਂ ਦੇ ਉਹਨਾਂ ਨੂੰ ਇਹ ਨਹੀਂ ਪਤਾ ਕਿ ਸਾਡੇ ਕਰਨ ਵਾਲੇ ਕੰਮ ਕਿਹੜੇ ਨੇ, ਅਤੇ ਬਾਜ਼ ਦਫਾ ਪਤਾ ਹੁੰਦਾ ਲੇਕਿਨ ਉਹ ਆਪ ਵਿਗਾੜ ਚੁੱਕੇ ਹੁੰਦੇ ਨਾ। ਇਹ ਇੱਕ ਹੋਰ ਮੁਹਾਵਰਾ ਵੀ ਹੈ ਕਿ ਹੱਥਾਂ ਦੀਆਂ ਦਿੱਤੀਆਂ ਗੰਢਾਂ ਜਿਹੜੀਆਂ ਨੇ ਉਹ ਦੰਦਾਂ ਨਾਲ ਖੋਲ੍ਹਣੀਆਂ ਪੈਂਦੀਆਂ ਨੇ। ਬਾਜ਼ ਦਫਾ ਅਗਰ ਤੁਹਾਡੇ ਕੋਲ ਬੇਹਤਿਆਤੀ ਨਾਲ ਆਪਣੇ ਹੱਥ ਨਾਲ ਹੀ ਐਸੀ ਗੰਢ ਲੱਗ ਜਾਏ ਜਿਹੜੀ ਫਿਰ ਦੁਬਾਰਾ ਤੁਹਾਡੇ ਕੋਲ ਹੱਥ ਦੇ ਪੋਟਿਆਂ ਨਾਲ ਨਹੀਂ ਖੁੱਲ੍ਹਦੀ, ਉਹਦੇ ਵਾਸਤੇ ਫਿਰ ਚੱਕ ਔਰ ਦੰਦ ਮਾਰਨਾ ਪੈਂਦਾ, ਫਿਰ ਔਖਿਆਂ ਹੋ ਕੇ ਉਹ ਖੁੱਲ੍ਹਦੀਆਂ ਨੇ। ਉੱਥੋਂ ਫਿਰ ਇਹ ਗੱਲ ਬਣੀ ਹੈ ਕਿ ਹੱਥਾਂ ਦੀਆਂ ਦਿੱਤੀਆਂ ਦੰਦਾਂ ਨਾਲ ਖੋਲ੍ਹਣੀਆਂ ਪੈਂਦੀਆਂ ਨੇ। ਜਨਰਲ ਜ਼ਿਆਉਲ ਹੱਕ ਨੇ ਅਤੇ ਭੁੱਟੋ ਨੇ ਜਿਹੜੀਆਂ ਤੁਹਾਨੂੰ ਹੱਥ ਨਾਲ ਗੰਢਾਂ ਮਾਰ ਕੇ ਦਿੱਤੀਆਂ ਸਨ, ਹੱਥ ਤੋਂ ਮੁਰਾਦ ਇਹ ਵੇ ਕਿ ਲੀਗਲ ਪਲੇਟਫਾਰਮ ਵੀ ਉੱਥੇ ਮੌਜੂਦ ਸੀ, ਸਿਆਣੇ ਵੀ ਮੌਜੂਦ ਸਨ। ਯਾਨੀ ਅੱਜ ਸਿਆਸਤਦਾਨਾਂ ਦੇ ਵਿੱਚ ਜਿਨ੍ਹਾਂ ਦਾ ਨਾਂ ਲਈਏ ਡਾਕਟਰ ਮੁਬਸ਼ਰ ਹਸਨ ਵਰਗੇ ਅਤੇ ਇਸ ਪਾਏ ਦੇ ਬੰਦੇ ਉਹ ਸਾਰੇ ਮੌਜੂਦ ਹੀ ਸਨ ਉੱਥੇ। ਔਰ ਫਿਰ ਇਹ ਜ਼ਰਦਾਰੀ ਅਤੇ ਬੇਜ਼ਮੀਰੀ ਦਾ ਮਤਲਬ ਜ਼ਾਹਿਰ ਮੁਫਾਹਮਤ ਔਰ ਬੇਜ਼ਮੀਰੀ ਉਹਨਾਂ ਨੇ ਇਕੱਠਿਆਂ ਕਰਕੇ ਵਿਖਾ ਛੜੀ ਹੈ। ਹਾਕਮ ਅਲੀ ਜ਼ਰਦਾਰੀ 'ਚ ਫਿਰ ਵੀ ਕੁਝ ਨਾ ਕੁਝ ਖੁਦਾ ਦਾ ਕਤਿਆ ਹੈ ਸੀ, ਔਰ ਉਹ ਕਮ ਅਜ਼ ਕਮ ਇਹੋ ਜਿਹੇ ਫੈਸਲਿਆਂ ਤੋਂ ਸ਼ਰਮਿੰਦਗੀ ਮਹਿਸੂਸ ਕਰਨ ਵਾਲੀ ਤਬੀਅਤਾਂ ਤਾਂ ਉਸ ਵਕਤ ਬੇਸ਼ੁਮਾਰ ਸਨ। ਯਾਨੀ ਜਿੰਨੀ ਅਸੈਂਬਲੀ ਸੀ ਉਸ ਅਸੈਂਬਲੀ ਦੇ ਅੱਧਿਓਂ ਜ਼ਿਆਦਾ ਬੰਦੇ ਸਨ ਜਿਹੜੇ ਅੱਖਾਂ 'ਚ ਅੱਖ ਪਾ ਕੇ ਗੱਲ ਕਰਨ ਤੋਂ ਸ਼ਰਮਾਉਂਦੇ ਸਨ। ਮਿਰਜ਼ਾ ਤਾਹਿਰ ਅਹਿਮਦ ਸਾਹਿਬ ਇਮਾਮ ਜਮਾਤ ਅਹਿਮਦੀਆ ਜਿਹੜੇ ਬਾਅਦ ਵਿੱਚ ਬਣੇ, ਜਾਂ ਅਹਿਮਦੀਆਂ ਦੇ ਬਾਕੀ ਬਜ਼ੁਰਗਾਂ ਨਾਲ ਵੀ। ਉਸ ਦੇ ਬਾਅਦ ਉਹ ਉਸ ਹੱਥ ਨਾਲ ਗੰਢ ਦਿੱਤੀ ਗਈ। ਫਿਰ ਉਹਨੂੰ ਚੰਗਾ ਪੀਚਵਾਂ ਜਿਹੜਾ ਪੱਕਾ ਕੀਤਾ ਉਹ ਜ਼ਿਆਉਲ ਹੱਕ ਨੇ ਕੀਤਾ। ਉਹਦੇ ਕੋਲ ਵੀ ਉਹ ਸਾਰੇ ਯਾਨੀ ਉਹਨੇ ਵੀ ਸਿਆਸੀ ਫੋਰਮ ਹੀ ਇਸਤੇਮਾਲ ਕੀਤੇ ਨਾ ਕਿ ਅੱਜ ਗੱਲ ਕੀਤੀ, ਸਵੇਰੇ ਆਰਡੀਨੈਂਸ ਪਾਸ ਹੋ ਗਿਆ ਜੀ, ਔਰ ਉਸੇ ਫੌਰੀ ਤੌਰ 'ਤੇ ਨਾਫਿਜ਼ੁਲ ਅਮਲ ਹੈ। ਫਿਰ ਉਹਨੇ ਉਸੇ ਤਰ੍ਹਾਂ ਦੀਆਂ ਇਸਲਾਮਾਈਜੇਸ਼ਨ ਦੀਆਂ ਉਹ ਤਰੀਕਾਂ ਜਿਹੜੀਆਂ ਨੇ ਉਹ ਪੇਸ਼ ਕਰਕੇ ਨਾਲ ਹੀ ਮਨਜ਼ੂਰ ਹੋ ਕੇ ਨਾਲ ਹੀ ਨਾਫਿਜ਼ੁਲ ਅਮਲ ਹੋ ਗਈਆਂ। ਅੱਜ ਹੁਣ ਉਹ ਤੁਹਾਡੇ ਗੱਲ ਨੂੰ ਆਈਆਂ ਪਈਆਂ ਨੇ। ਸਮਝਿਆ ਹਾਲੇ ਵੀ ਇਹ ਜਾ ਰਿਹਾ ਕਿ ਉਹਦਾ ਨੁਕਸਾਨ ਜਿਹੜਾ ਉਹ ਜਿਨ੍ਹਾਂ ਵਾਸਤੇ ਮਤਲਬ ਅਹਿਮਦੀਆਂ ਵਾਸਤੇ ਨੇ ਤਾਂ ਉਹਨਾਂ ਨੂੰ ਵੀ ਹੈ, ਲੇਕਿਨ ਮੁਆਸ਼ਰਾ ਸਾਰਾ ਤੇ ਜ਼ਹਿਰੀਲਾ ਹੋਇਆ ਪਿਆ। ਹੁਣ ਤੁਹਾਨੂੰ ਕਿ ਇੱਕ DC ਹੈ ਜ਼ਿਲ੍ਹੇ ਦਾ, ਉਹ ਬੇਇਖਤਿਆਰ ਹੈ, ਉਹਨੂੰ ਪਤਾ ਗਿਆ ਕੰਮ ਨਹੀਂ ਕਰਨ ਵਾਲਾ, ਉਹਨੂੰ ਉਹਦੇ ਸਾਹਮਣੇ ਵੇ ਕਿ ਇਹ ਚੀਜ਼ ਜਿਹੜੀ ਹੈ ਇਹ ਆਈਨ ਦੀ ਫਲਾਣੀ ਸ਼ਿਕ ਨੂੰ ਵਾਇਓਲੇਟ ਕਰ ਰਿਹਾ, ਬੁਨਿਆਦੀ ਇਨਸਾਨੀ ਹਕੂਕ ਨੂੰ ਇਹ ਫਲਾਣੀ ਚੀਜ਼ ਵਾਇਓਲੇਟ ਕਰ ਰਹੀ ਹੈ। ਲੇਕਿਨ ਹੁਣ ਦੀ DC ਦੀ ਕੀ ਜ਼ਰੂਰਤ ਹੈ ਮੌਲਵੀ ਦੇ ਅੱਗੇ ਗੱਲ ਕਰੇ। ਅੱਗੇ ਉਹ ਜੰਨਤ ਨੇਕੋਕਾਰ ਵਾਲਾ ਹਾਲ ਤੁਸੀਂ ਵੇਖ ਹੀ ਲਿਆ, ਚੰਗੇ ਭਲੇ ਘਰ ਘਰਾਣੇ ਦੀ ਵੀ ਸੀ, ਚੰਗੀ ਭਲੀ ਅਫਸਰ ਵੀ ਸੀ, ਯਾਨੀ ਬੈਕਗਰਾਊਂਡ ਵੀ ਤਗੜਾ ਸੀ, ਤਾਲੀਮੀ ਕਾਬਲੀਅਤ ਵੀ ਹੈ ਹੀ ਸੀ, ਅਤੇ CSS ਕਰਕੇ ਤੇ ਉਹ ਡਿਸਟ੍ਰਿਕਟ ਮੈਨੇਜਮੈਂਟ ਗਰੁੱਪ ਨੂੰ ਆਪਟ ਕੀਤਾ ਨਾ ਉਹਨੇ। ਲੇਕਿਨ ਉਹ ਲੋਕਾਂ ਨੇ ਫਿਰ ਤਮਾਸ਼ਾ ਵੇਖਿਆ ਔਰ ਉਹ ਯਾਨੀ ਸਬਜ਼ ਪੋਸ਼ਿਸ਼ ਵਾਲੀਆਂ ਕੁਰਸੀਆਂ ਵੀ ਆ ਸਨ, ਮੇਜ਼ਾਂ 'ਤੇ ਵੀ ਉਹ ਸਬਜ਼ ਕੱਪੜਾ ਚੜ੍ਹਿਆ ਸੀ ਜਿਹੜਾ ਹਕੂਮਤ ਦਾ ਨਿਸ਼ਾਨ ਹੈ,
लेकिन हुण रिट सिर्फ कपड़े दे रंग दी रह गई है। मेज़ां दे जिहड़ा या दफ्तरां दा जिहड़ा कलर थीम है उहदी हद तक हुण पाकिस्तान दे विच रियासत दी ते हुकूमत दी रिट है। बाकी वो कालियां ते सबज ते चिट्टियां ते नीलियां ते पीलियां पगड़ियां दी रिट है। बेसिकली वो जिवें दी कोई दाड़ी दा जिहड़ा है वो ते पगड़ी वो डिसाइड करेगी कि केड़ी चीज़ आइन दे मुतरादिफ है, मुताबिक है, केड़ी चीज़ आइन दे मुताबिक नहीं। ये वो खुदा दा गज़ब है। यानी जिहड़ा काम हुकूमतां दे एहलकारां ने करना सी, जिहड़ा काम असैंबलियां दे यानी मुकन्नना ने फैसले करने होंदे सन, जिहड़े फैसले सैनट ने पास करने सन, जिहड़े फैसले वज़ीर आज़मा लैने सन, जिहड़ा काम वज़ीर दाखला दे करने वाला सी, वो हुण जिहड़े मर्जी कोने दा एक मुल्ला होवे वो आखे ਉਹਦੀ आखी सिर अखां ते वे। और हुण चाहण भी वो गंढा नहीं पियां खुलदी। सलमान तासीर ने सिर्फ वो गंढ खोलण की कोशिश की सी। उन्हें आखिया सी काला कानून, और लफज बोल लिया, उसके बाद फिर तुसां रिजल्ट वेख लिया। उस तो इलावा जजेस ने वो डरदे ने। पिछले दिन मेरी पाकिस्तान बिशारत कादिर साहब जिन्हां दी सारी उम्र यानी बचपन तो लैके जे पैदा होए ने तो उन्होंने दा वालिद चीफ जस्टिस ऑफ पाकिस्तान से मंजूर कादिर। उस दे बाद वज़ीर खारजा रहे हो उन्होंने वालिद पाकिस्तान के सरजफुल्ला खान साहब तो बाद। फिर वकील बड़े पाए दे सन। जस्टिस समदानी कमीशन जिहड़ा सन 74 के हमलियां ते और एजीटेशन जिहड़ी जमात अहमदिया के खिलाफ हुई सी, उदों फिर एक आई वाश के तौर पर जस्टिस समदानी कमीशन बनाया गया सी। समदानी कमीशन दे विच जिहड़े वकील ने जमात अहमदिया ने जिहड़ा वकील हायर किया या इंगेज किया वो मंजूर कादिर सन। फिर खानदान सर अब्दुल कादिर दा सारी उम्र दलेरी च गुजरी। अज भी ये बिशारत कादिर साहब ही ने कि जिन्हां दा एक दफ़ा 80 दी लेट 80 दी दिहाई कि 88-99 पासपोर्ट एक्सपायर सी ते ये उस वक्त US एड के किसी प्रोजेक्ट के उत्ते एक रीजनल कॉन्फ्रेंस सी साउथ एशियन कंसल्टेंट्स की, तो वो सिलसिले इन्होंने वाशिंगटन उस कॉन्फ्रेंस पाकिस्तान में रिप्रजेंट करना सी। पासपोर्ट लैन गए तो पासपोर्ट एक्सपायर सी, वो नवा बनवाया तो उत्थे उन्हें आख्या इत्थे दस्तखत कर दो। ये वाकया कई दफ़ा उन्होंने मेरी डिस्कशन हुई तो गल वो हर दफ़ा मैंने सुनाते हैं, लेकिन बाद जाने मुझे अफसोस है कि अब 12 में से एक अखबार इस्लामाबाद से छपता था मुस्लिम इंग्लिश न्यूज़पेपर, उसमें मेरा ये ख़त 2 फुल लंबे कालमों में छपा हुआ था, मगर वो उसकी डेट्स मुझे याद नहीं है। मैं कहा जी तुसी आप जो जिਉਂਦੇ जागदे हो खैर ना तो तुसी मैनूं सुणांदे पे हो, मैं अगे गल पे करना तो गल तो अमरे वाकया कहते जी, गल अमरे वाकया मैं वो अज भी कहना। वो अपना पासपोर्ट लैन गए तो उन्हें उत्थे आख्या इत्थे दस्तखत करो जी। उन्हें वेख के उन्हें आख्या जी मैं तो नहीं जानता मिर्ज़ा गुलाम अहमद कादियानी भी ये सच्चे ने झूठे ने, मेरी कोई तहकीक नहीं है, और बाय द वे उन्हें आख्या मेरा तो मजहब मसला भी नहीं है। अलबत्ता मैं इन्हों एक फिरके दे बानी ने एक नोन जमात है उन्होंने अफराद मैं मिलिया, वो ज़्यादातर मुअज़्ज़ज़ और बावकार लोग ने, तो मैं उन्होंने बारे ये दस्तखत करके अंगूठे ला के मतलब साइन स्टैंप करा कि मैं उन्होंने झूठा समझना, ये बदतमीज़ी कहते, मैं तो नहीं करनी पसंद करता। उन्होंने कहा जी अगर फिर आपने ये जहाँ दस्तखत ना किए तो आपको फिर अहमदी का पासपोर्ट मिलेगा। कहते हैं अहमदी मैं हूँ नहीं। वो भाई रौला पै गया। हूँ अमरीका वाले जोड़े सन वो आखन तुसी आओ, विच इंटीरियर मिनिस्ट्री के भी बड़े बड़े बंदे सन, कुछ इन्हों के फिर अपना भी जिन्हों का मतलब है कि वालिद चीफ जस्टिस ऑफ पाकिस्तान भी चंगे जमाने का रहा हो, उतों वज़ीर खारजा रहा हो, सर अब्दुल कादिर तो लैके सियासी घराना भी हो, तहरीक पाकिस्तान और मुस्लिम लीग का कायद आज़म के साथियों चों उन्होंने एडा तो नहीं सी अभी पाकिस्तान इंज 20-25 सालों बेगाना हो गया भी उन्होंने सद पोछ ही कोई ना हो। वो बड़ा वक्त प्यार रहा उत्ते ज़िया उल हक सी, उन्हें आख्या जी ये तो बनाना करना पेगा, तो उन्होंने आख्या जी मैं कोई नहीं करना। वो खिचा तरुई पई रही पिछों कॉन्फ्रेंस वाले मतलब उन्होंने मुसीबत पई भी इको ही नुमाइंदा असा फाइनल किया बड़ी सिफारिश नाल, तो ये हुण जे ना अपलिया साडा बड़ा वो आपस में होरी नूं होरी दी अन्ने नूं डंगोरी दी वो
वो इंज लड़न कि तू मैनू ना गलियां करन लगा इत्थे अमरीका, वो आखन मैं इहो जे अपने ज़मीर के खिलाफ दस्तखत किवें करां। किस्सा मुख्तसर, वो फिर बड़े नदामत नाल आंदे ने मैनू, भट्टी साहब मैंने सरेंडर किया, और जो मैंने सरेंडर किया तो मैंने इस तरह किया कि वो पासपोर्ट तो मैंने ले लिया, लेकिन दूसरे दिन फिर मैंने एक ख़त लिखा एडिटर मुस्लिम अखबार का जो अंग्रेज़ी का था उसको, उसमें मैंने लिखा कि जब ये यहूदियों के ख़िलाफ़ इस तरह के ज़ालमाना सिलसिले चल निकले तो नॉर्वे अगरचे उसका हिस्सा नहीं था, लेकिन नॉर्वे को भी ये किंग को ये कहा गया कि किंग ऑफ नॉर्वे को कि आपको हम कुछ नहीं कहेंगे, लेकिन आपके ज़ेर साया जो यहूदी हैं उनके लिए अब वो आर्म बैंड पहनना लाजिम है, और इस तरह की जो है उनके लिए वो मुख्तलिफ मखसूस ड्रेस कोड और उनको अपना डिस्क्रिमिनेट करने के लिए जो उस वक्त ज़ालमाना मैयर्स ली गई थी, तो अपनी तरफ से उन्होंने बादशाह को कहा कि ये तो काम होगा मुल्क में, लेकिन आपका स्टेटस और आपकी हैसियत और उसको हाथ नहीं डाला जाएगा, यू वुड कंटिन्यू टू बी किंग ऑफ नॉर्वे। लेकिन नॉर्वे की जोग्राफिकल हदूद के अंदर जो यहूदी हैं उनके लिए हम ये करेंगे, और जाहिर है कि वो किंग जो है वो उसका साइलेंट सपोर्टर होगा, जैसे अब पाकिस्तान के ना चाहते हुए भी अरबाब इख्तियार और अरबाब इक़्तिदार सपोर्टर बन जाते हैं। तो वो नॉर्वे के बादशाह ने उनकी वो सारी तजावीज़ सुन के अगले दिन वो बाहर निकला अपने महल से, और उसने अपने बाजू पर वही बैंड बांधा हुआ था जो यहूदियों के लिए उन्होंने डिसाइड किया था, और उसने फिर अपनी स्पीच में ये कहा कि इफ़ दिस इज़ द डिस्क्रिमिनेशन यू हैव डिसाइडेड फॉर द सिटीजन्स ऑफ दिस कंट्री, अगर ये इम्तियाजी और बदतरीन सलूक तुमने मेरी सल्तनत के शहरियों के लिए ये डिसाइड किया है, तो फिर गल ए वे इस शहर दा इस मुल्क दा पहला यहूदी मैं आप हाँ। इंज बनते ने सैकुलर मुल्क, इंज बनदियां ने फलाई रियासतां, इंज बनते ने बादशाह जिन्हां दा जिक्र पता नहीं, मैनूं तो उस बादशाह का नाम नहीं आउंदा। वो चुनाचे इन्होंने बिशारत कादर साहब ने वो खत लिखा उन्होंने एडिटर नूं, उहदे विच लिखिया कि मैं सख्त नादम हाँ, अज मैं शदीद शर्मिंदा अपने इस गल ते कि मेरे च नॉर्वे दे उस बादशाह जिन्नी इखलाकी जुरत नहीं सी कि मैं लिखदा कि अगर यही कानून ने और इंज ही ज़मीर के खिलाफ अंडरटेकिंग और दस्तखत करने पैने ने, तो चलो फिर मैं भी इत्थे आमदी जे। हालांकि उन्हें क्या ज़मीर के मुताबिक मैनू उदन सैकुलर मैंटैलिटी और सैकुलर बैकग्राउंड रखद्या होया भी उस दिन मैनू ऐलान करना चाहिए सी कि अच्छा लियाओ दिओ पासपोर्ट, मैं भी अहमदी का पासपोर्ट, मैं पहले मैं भी अहमदी हाँ। लेकिन उन्होंने ये गल अपने उहदे खाते दर्ज करवाई, अखबार छप गई, गल वो वक्त गुजर गया। उसके बाद चंद दिन पहला मेरी उन्होंने फिर जो गल हुई तो मैं आख्या जी वो कहते हुण तो इन्ना है कि ज़ियाउल हक तो बाद मैं इस मुल्क दे विच क्रिमिनल लॉयर तो मैं अपनी प्रैक्टिस शुरू की सी, मैं क्रिमिनल लॉयर बंद कर दी प्रैक्टिस एज ए क्रिमिनल लॉयर, और मैं कारपोरेट वाल शिफ्ट हो गया। और हालत ये वे कि दुनिया दे विच पूरी दुनिया च आइन जिहड़े ने वो उस मुल्क दे शहरियां दे इंसानी हकूक नूं तहफ़ुज़ देने वास्ते कायम होंदे ने। साडा मुल्क वो बदकिस्मत मुल्क है जिथे आइन शहरियां दे हकूक गसब करन दे पिछे सपोर्ट ते खड़ा होया। हुकूमत शहरियां दे हकूक गसब करन दे सपोर्ट ते पिछे खड़ी हुई है। उत्तों इन्हां दा एक मुतालबा है, वो आंदे ने ये साडी गल ना करो, साडा ना ना लवो। एडी लुट कित्थे पवे, किवें पवे, हो किवें सकदा? ये तो मुमकिन सी कि तुसी एक इंतहाई जालमाना और इंतहाई गैर इंसानी फैसले करो। ये भी मुमकिन है कि तुसी अपने आइन दियां अपनियां शिकां दे आप इनकार कर दो। ये भी मुमकिन है कि तुहाडे जजेस और तुहाडी अदलिया जिहड़ी है वो घुटने टेक के लंबी लेट जाए एक्सट्रीमिस्ट दे के।
ਇਹ ਵੀ ਮੁਮਕਿਨ ਹੈ ਕਿ ਤੁਸੀਂ ਆਪਣੇ ਗਵਰਨਰ ਨੂੰ ਇੱਕ ਮਜ਼ਲੂਮ ਦਾ ਨਾਂ ਲੈਣ ਦੇ ਨਤੀਜੇ 'ਚ ਜਾਂ ਉਹਦੇ ਨਾਲ ਜ਼ਿਆਦਤੀ ਹੈ, ਕਿਉਂਕਿ ਹੁਣ ਤੇ ਸੁਪਰੀਮ ਕੋਰਟ ਨੇ ਕਹਿ ਦਿੱਤਾ ਨਾ ਕਿ ਉਹ ਝੂਠਾ ਸੀ ਪਰਚਾ ਸਾਰਾ ਕੁਝ। ਲੇਕਿਨ ਜਿਸ ਵੇਲੇ ਸੁਪਰੀਮ ਕੋਰਟ ਨੇ ਕਿਹਾ ਤੇ ਬੈਕ ਡੋਰ ਤੋਂ ਆਸੀਆ ਨੂੰ ਬਾਹਰ ਕੱਢਣਾ ਪਿਆ। ਕੋਈ ਹੈ ਤੁਹਾਡਾ ਅੱਗਾ ਪਿੱਛਾ? ਹੁਣ ਉਹਨੇ ਤੁਹਾਡੇ ਕੋਈ ਲੱਗਦੇ ਨੇ ਓਬਾਮਾ ਨੇ ਉਹ ਕਿਤਾਬ ਛਾਪੀ ਹੈ, ਉਹਦੇ ਵਿੱਚ ਤੁਹਾਡੇ ਸਦਰੇ ਪਾਕਿਸਤਾਨ ਤੁਹਾਡੀ ਸੋਵਰੇਨਿਟੀ ਨੂੰ ਚੈਲੰਜ ਕਰਨ ਵਾਲੇ ਅਮਰੀਕਾ ਦੇ ਫੈਸਲੇ ਦੇ ਉੱਤੇ ਹਾ 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 ਕਰਕੇ ਕਹਿ ਕੇ ਲਾ ਰਿਹਾ। ਕਿਹੜੀ ਰਹਿ ਗਈ ਵੀ ਤੁਹਾਡੇ ਕੋਲ ਸੋਵਰੇਨਿਟੀ? ਹੁਣ ਤੁਹਾਡੇ ਕੋਲ ਸੋਵਰੇਨਿਟੀ ਬਚੀ ਕਿਹਦੇ ਵਾਸਤੇ ਵੇ? ਸਿਰਫ ਉਹ ਤਬਕਾ ਜਿਹੜਾ ਪੁਰਅਮਨ ਹੈ, ਸਿਰਫ ਉਹ ਤਬਕਾ, ਉਹ ਇਨਸਾਨਾਂ ਦਾ ਤਬਕਾ। ਅੱਜ ਮੈਂ ਬਹਿ ਕੇ ਇੱਕ ਲਿਸਟ ਬਣਾਉਣ ਲੱਗਾ ਕਿ ਜਿਹੜੇ ਆ ਜਿਨ੍ਹਾਂ ਨੂੰ ਬੜਾ ਮਤਲਬ ਪੇਟ 'ਚ ਮਰੋੜ ਉੱਠਦਾ ਨਾ, ਗੱਲ ਕਰੀਏ ਤਾਂ ਆਉਂਦੇ ਨੇ ਓਏ ਹੋਏ ਹੋਏ ਤੁਹਾਨੂੰ ਅਹਿਮਦੀਆਂ ਤੋਂ ਇਲਾਵਾ ਗੱਲ ਕੋਈ ਨਹੀਂ ਲੱਭਦੀ। ਬੰਦੇ ਦੇ ਪੁੱਤਰੋ, ਅਹਿਮਦੀਆਂ ਤੋਂ ਇਲਾਵਾ ਤੁਸੀਂ ਬੰਦੇ ਦੇ ਪੁੱਤਰਾਂ ਵਾਲਾ ਸਲੂਕ ਵੇਖੋ ਤੇ ਸਹੀ, ਕਰਦੇ ਕੀ ਪਏ ਹੋ ਉੱਥੇ ਤੁਸੀਂ। ਮੈਂ ਅੱਜ ਲਿਸਟ ਬਣਾਉਣ ਲੱਗਾ ਸਾਂ ਔਰ ਮੇਰੀ ਸਲਾਹ ਹੈ ਕਿ ਮੈਂ ਪੇਸ਼ ਕਰਾਂ ਕਿਸੇ ਵੇਲੇ ਬਣਾ ਕੇ ਕਿ ਜਿਤਨੇ ਕਾਨੂੰਨ ਦੀਆਂ ਖਿਲਾਫ ਵਰਜ਼ੀਆਂ, ਟੈਕਸ ਦੀਆਂ ਚੋਰੀਆਂ, ਫਾਈਨੈਂਸ਼ੀਅਲ ਡਿਸਆਰਡਰਸ, ਤਾਲੀਮੀ ਤੌਰ 'ਤੇ ਪਸਮਾਨਦਗੀ, ਸਿਹਤ ਦੀਆਂ ਸਹੂਲਤਾਂ ਦੇ ਖਿਲਾਫ ਤਬਰ ਰੱਖਣਾ, ਹੱਤਾਂ ਕਿ ਪੋਲੀਓ ਦੇ ਕਤਰੇ ਪਲਾਂਟ ਦੇ ਵਾਲੇ ਵਰਕਰਾਂ ਨੂੰ ਵੀ ਮਾਰ ਦੇਣਾ ਜਾਂ ਉਹਨਾਂ 'ਤੇ ਅਟੈਕ ਕਰਨੇ, ਗਿਣੀ ਜਾਓ। ਜੇਲ੍ਹਾਂ ਦੀ ਬਦਤਰੀਨ ਸੂਰਤ ਹਾਲ, ਜੇਲ੍ਹਾਂ ਦੇ ਅੰਦਰ ਰੇਪ, ਪਤਾ ਨਹੀਂ ਕੀ ਕੀ ਕੁਛ, ਇਹ ਸਾਰਾ ਕੁਝ ਕਰਨ ਵਾਲੇ ਅਦਰ ਦੈਨ ਅਹਿਮਦੀ ਪਾਕਿਸਤਾਨੀ ਸ਼ਹਿਰੀ ਨੇ ਸਾਰੇ ਦੇ ਸਾਰੇ, ਅਦਰ ਦੈਨ ਅਹਿਮਦੀ ਪਾਕਿਸਤਾਨੀ ਇਦਾਰਿਆਂ ਦੇ ਅਫਸਰਾਨ ਹੁੰਦੇ। ਔਰ ਜਿਹੜਾ ਤੁਹਾਨੂੰ ਮਤਲਬ ਕਿ ਮੈਨੂੰ ਕਿਸੇ ਇੱਥੇ ਜਰਮਨੀ ਦੀ ਇੱਕ ਬੱਚੀ ਨੇ ਇੱਕ ਖਤ ਲਿਖਿਆ ਸੀ ਜਿਹੜਾ ਪ੍ਰਾਈਮ ਮਿਨਿਸਟਰ ਨੂੰ, ਉਹਦੀ ਇੱਕ ਕਲਾਸ ਇਹ ਵੀ ਸੀ ਕਿ ਜੇ ਫਜ਼ਲੁਰ ਰਹਿਮਾਨ ਤੱਕ ਦਾ ਆਪਰੇਸ਼ਨ ਕਰਨ ਵਾਲਾ ਵੀ ਜਿਹੜਾ ਡਾਕਟਰ ਹੈ ਉਹ ਅਹਿਮਦੀ ਹੁੰਦਾ। ਹੋਰ ਤੇ ਹੋਰ ਰਹੀ ਆ। ਕੱਲ ਮੈਂ ਸੁਣਦਾ ਸਾਂ ਪਿਆ ARY ਵਾਲਿਆਂ ਕੋਈ 8-10 ਮਿੰਟ 20 ਮਿੰਟ ਜਿਹੜਾ ਨਾ ਉਹ ਡਾਕਟਰ ਫਹੀਮ ਯੂਨਸ ਨੂੰ, ਠੀਕ ਹੈ ਉਹ ਸ਼ਰੀਫ ਆਦਮੀ, ਉਹਨੇ ਕਦੀ ਮਤਲਬ ਇੱਧਰ ਉੱਧਰ ਦੀ ਗੱਲ ਉਸ ਕੀਤੀ ਕੋਈ ਨਹੀਂ। ਹਾਂ ਅਲਬੱਤਾ ਮੈਨੂੰ ਉਹਦਾ ਖਿਆਲ ਜ਼ਰੂਰ ਆਇਆ ਜਿਸ ਟਾਈਮ ਉਹਨੇ ਆਖਰੀ ਫਿਕਰਾ ਸੀ ਕਿ ਅਗਰ 2 ਸਾਲ ਇਹਤਿਆਤ ਕੀਤੀ ਜਾਏ ਤੇ ਜਿਹੜਾ ਸਾਡਾ ਜ਼ਿੰਦਗੀ ਦਾ ਲਾਈਫ ਸਟਾਈਲ ਹੈ ਪੁਰਾਣਾ ਬਗੈਰ ਮਾਸਕ ਤੋਂ, ਉਹ ਵਾਪਸ ਆ ਜਾਏਗਾ ਇਨਸ਼ਾਅੱਲਾ। ਉਸ ਵੇਲੇ ਮਤਲਬ ਇਸੇ ਮੁਲਕ ਦੇ ਵਿੱਚ ਪਰਚੇ ਹੋਏ ਨੇ ਇਨਸ਼ਾਅੱਲਾ ਦਾ ਲਫ਼ਜ਼ ਬੋਲਣ ਵਾਲੇ ਅਹਿਮਦੀਆਂ ਦੇ ਉੱਤੇ। ਔਰ ਆਖੋ ਉਹਨੂੰ ਭੁੱਲ ਜਾਓ, ਕਿਸੇ ਨੇ ਇੱਕ ਤਸਵੀਰ ਕਿਸੇ TV ਚੈਨਲ ਨੇ ਛਾਪ ਦਿੱਤੀ ਜਿਸ ਤਸਵੀਰ ਦੇ ਵਿੱਚ ਕੋਈ UK ਜਾਂ ਕਿਸੇ ਬਾਹਰ ਦੇ ਮੁਲਕ ਦੇ ਵਿੱਚ ਅਹਿਮਦੀਆਂ ਦਾ ਕੋਈ ਖੁਦਾਮੁਲ ਅਹਿਮਦੀਆਂ ਦਾ ਕੋਈ ਉਹਦੇ 'ਚ ਅਹਿਮਦੀਆ ਮੁਸਲਿਮ ਐਸੋਸੀਏਸ਼ਨ ਦਾ ਲਫ਼ਜ਼ ਮੁਸਲਿਮ ਆ ਗਿਆ ਸੀ। ਉਹਨਾਂ ਆਖਿਆ ਜੀ ਇਹਨਾਂ ਨੂੰ ਤਾਂ ਨਹੀਂ ਆਖਿਆ ਜਾ ਸਕਦਾ, ਯਾਨੀ ਆਇਨ ਦੀ ਰੂਹ ਨਾਲ, ਲਿਹਾਜ਼ਾ ਉਹ 4 ਦਿਨ ਉਹ ਜੀਓ ਵਾਲਿਆਂ ਨੂੰ ਤਾਂ ਪਤਾ ਨਹੀਂ ਕਿਹੜੀ ਬੰਬਲ ਪੂਸੇ ਪਏ ਰਹੇ, ਫੜ ਲਓ। ਮਗਰ ਉਹ ਕੱਲ ਅੱਧਾ ਪੌਣਾ ਮਤਲਬ ਜਿਹਦਾ ਦਿਲ ਹੁੰਦਾ, ਜਦੋਂ ਦਿਲ ਹੁੰਦਾ ਉਹਦੇ 'ਤੇ ਗੱਲ ਕਰਨੀ। ਅਸੀਂ ਆਉਂਦੇ ਇਹ ਨਹੀਂ ਆਉਂਦੇ ਕਿ ਡਾਕਟਰ ਫਹੀਮ ਨਾ ਉਹਨਾਂ ਨੂੰ ਆਪਣੀ ਐਕਸਪਰਟ ਓਪੀਨੀਅਨ ਦੇ। ਉਹ ਜ਼ਾਹਿਰ ਹੈ ਕਿ ਜਿਹੜੀ ਇਨਸਾਨੀਅਤ ਦੇ ਫਾਇਦੇ ਦੀਆਂ ਚੀਜ਼ਾਂ ਨੇ ਉਹ ਇਨਸਾਨਾਂ ਦੀਆਂ ਕਾਮਨ ਮੁਸ਼ਤਰਕਾ ਚੀਜ਼ਾਂ ਨੇ। ਲੇਕਿਨ ਅਸੂਲ ਆਪ ਬਣਾਉਣਾ, ਉਹ ਕੋੜਾ ਅਸੂਲ ਬਣਾਉਣਾ, ਬਦਜ਼ੇਬ ਔਰ ਗੈਰ ਇਨਸਾਨੀ ਅਸੂਲ ਬਣਾਉਣੇ ਨੇ। ਪਹਿਲਾਂ ਅਸੂਲ ਕਿਹੜੇ ਨੇ? ਬੇਅਸੂਲੀ ਨੂੰ ਅਸੂਲ ਦਾ ਦਰਜਾ ਦੇ ਕੇ ਉਹਨੂੰ ਰਾਇਜ ਕਰਨਾ, ਔਰ ਜਿੱਥੇ ਜਿੱਥੇ ਆਪਣੇ ਪੈਰ ਨਾ ਸੜਨ ਉੱਥੇ ਆਖਣਾ ਇਹ ਕਾਨੂੰਨ ਹੈ, ਜਿੱਥੇ ਪੈਰ ਸੜਨ ਲੱਗਣ ਉੱਥੇ ਆਖਣਾ ਇੱਥੇ ਇਹ ਕਾਨੂੰਨ। ਇੰਜ ਇਹ ਹਕੂਮਤਾਂ ਦੇ ਕੰਮ ਨਹੀਂ ਹੁੰਦੇ। ਮਗਰ ਇਹ ਤਮਾਸ਼ਾ ਲੱਗਾ ਔਰ ਮੁਤਾਲਬਾ ਉਹ ਯਾਨੀ ਸਾਰੀਆਂ ਗੱਲਾਂ ਛੱਡ ਦਿਓ, ਸਿਰਫ ਇੰਨਾ ਪੁੱਛੋ ਇਹਨਾਂ ਨੂੰ ਚਾਹੁੰਦੇ ਕੀ ਹੋ ਵੀ ਤੁਸੀਂ। ਇੱਕ ਮੁਤਾਲਬਾ ਹੈ ਵੀ ਜਿਹੜੇ ਅਹਿਮਦੀ ਨੇ ਉਹ ਮਿਰਜ਼ਾ ਗੁਲਾਮ ਅਹਿਮਦ ਕਾਦੀਆਨੀ ਦੇ ਉੱਤੇ ਈਮਾਨ ਦੇ ਆਏ ਨੇ। ਉਹਨਾਂ ਨੂੰ ਇਸ ਜ਼ਮਾਨੇ ਦਾ ਉਹਨਾਂ ਨੇ ਇਮਾਮ ਮਸੀਹ ਮਾਊਦ ਔਰ ਇਸ ਜ਼ਮਾਨੇ ਦਾ ਖੁਦਾ ਦਾ ਭੇਜਿਆ ਹੋਇਆ ਫਰਿਸ਼ਤਾਦਾ ਮੁਰਸਲ ਸਭ ਕੁਝ ਇਹ ਮੰਨ ਬੈਠੇ। ਹੁਣ ਤੁਹਾਡੀ ਜਿਹੜੀਆਂ ਜੋ ਹਰਕਤਾਂ ਤੁਸੀਂ ਕਰਦੇ ਹੋ ਉਹਦੇ ਨਤੀਜੇ 'ਚ ਸਿੱਧਾ ਸਵਾਲ ਕਿਉਂ ਨਹੀਂ ਉਠਾਉਂਦੇ? ਤੁਸੀਂ ਮਿਰਜ਼ਾ ਗੁਲਾਮ ਅਹਿਮਦ ਕਾਦੀਆਨੀ ਨੂੰ ਛੱਡ ਦਿਓ, ਅਹਿਮਦੀ ਛੱਡਦੇ ਨੇ। ਇਹ ਤਾਂ ਤਜਰਬਾ ਤੁਹਾਨੂੰ ਹੋ ਗਿਆ ਨਾ 125 ਸਾਲ ਦੇ ਵਿੱਚ। ਇੱਕ ਦਫਾ ਇੱਕ ਇੰਜ ਮੈਂ ਅਰਜ਼ ਕੀਤੀ ਕਿ ਅਹਿਮਦੀ ਆਪਣੇ ਇਸ ਈਮਾਨ ਤੋਂ ਪਿੱਛਾ ਨਹੀਂ ਹਟਦੇ। ਜਦੋਂ ਉਹਨਾਂ ਹਟਣਾ ਕੋਈ ਨਹੀਂ ਔਰ ਤੁਸੀਂ ਆਪਣੀ ਸਾਰੀ ਕੋਸ਼ਿਸ਼ ਕਰਕੇ ਵੇਖ ਬੈਠੇ ਹੋ
तो फिर अहमदिया ने टुकर की बुरकी भी खानी है, उन्होंने मतलब उन्होंने बच्चों ने भी पढ़ना है, उन्होंने कारोबार भी करने ने, उन्होंने नौकरियां भी करनिया ने, उन्हें साह भी लैना है, उन्हें इस फिजा के जिंदा रहना है। और यही पिटना पिटिया सी तुहाडे आइन ने कि इंसान के जोड़े बुनियादी इंसानी हकूक ने उन्होंने उत्ते तबर नहीं रखा जा सकता, लेकिन थानू हया कोई नहीं। और अगे तो असं आते तुम बेहया हो, हुण मैं अर्ज़ कर रहा तुम बेहया शायद उन्हें नहीं, तुम हुण बेहिस हो, थोड़ा हुण वस कोई नहीं बचलता। हर स्टैप वो लै रहे हो जिहदे नतीजे तुहानू ये लगता कि शायद इस तरह ही जी मैं गल तहदीस नेमत चो मैं अर्ज़ की सी ना, ਜਿਹੜੇ ਵੇਲੇ ਉੱਥੇ ਜਲਿਆਂਵਾਲੇ ਬਾਗ ਵਾਲਾ ਵਾਕਿਆ ਹੋਇਆ, ਜੋੜੀ ਜ਼ਫਰੁੱਲਾ ਖਾਨ ਸਾਹਿਬ ਨੇ ਲਿਖਿਆ ਵੀ ਉੱਥੇ ਉਹ ਕਤਲੇਆਮ ਹੋਇਆ, ਸਾਰਾ ਕੁਝ ਹੋਇਆ। ਉਹਦੇ ਨਤੀਜੇ 'ਚ ਇਹਨਾਂ ਨੇ ਜਿਹੜੀ ਅਸ਼ਰਾਫੀਆ ਸੀ ਪੰਜਾਬ ਦੀ ਜਾਂ ਜ਼ਿਮੀਂਦਾਰ ਤਬਕਾ, ਇਹਨਾਂ ਨੂੰ ਵੱਡਿਆਂ ਸ਼ਹਿਰਾਂ ਦੇ ਵਿੱਚ ਹਿਊਮੀਲੇਟ ਕਰਨ ਵਾਸਤੇ, ਜਲੀਲ ਕਰਨ ਵਾਸਤੇ ਇੱਕ ਫੈਸਲਾ ਕੀਤਾ ਕਿ ਇੰਨੇ ਦਿਨ ਵਾਸਤੇ ਤੁਸੀਂ ਗੱਡੀ, ਯਾਨੀ ਉਸ ਵਕਤ ਬੱਗੀ ਗੱਡੀ ਹੁੰਦੀ ਸੀ, ਘੋੜਾ ਗਾੜੀ ਜਿਹੜੀ ਹੁੰਦੀ, ਉਹ ਘੋੜੇ ਵਾਲੀ ਗੱਡੀ ਦੇ ਉੱਤੇ ਬਹਿ ਕੇ ਤੁਸੀਂ ਉਸ ਬੱਗੀ ਦੇ ਉੱਤੇ ਬਹਿ ਕੇ ਤੇ ਮਾਲ ਰੋਡ ਜਾਂ ਕਿਸੇ ਵੀ ਸ਼ਹਿਰ ਦੇ ਅੰਦਰ ਲਾਹੌਰ ਦੇ ਵਿੱਚ ਤੁਸੀਂ ਨਹੀਂ ਫਿਰ ਸਕਦੇ। ਇਤਫਾਕ ਹੈ ਕਿ ਉਹਨਾਂ ਦਿਨਾਂ 'ਚ ਇਹਨਾਂ ਦਾ ਦਾਖਲਾ ਹੋਇਆ ਸੀ ਨਵਾਂ ਨਵਾਂ ਉੱਥੇ ਲਾ ਪੜ੍ਹਨ ਵਾਸਤੇ ਲਾ ਕਾਲਜ 'ਚ, ਅਤੇ ਵਾਲਦੈਨ ਇਹਨਾਂ ਦੇ ਬਹੁਤ ਅਮੀਰ ਵੀ ਨਹੀਂ ਸਨ, ਲੇਕਿਨ ਬਾਹਰ ਕਿਉਂਕਿ ਵਾਲਿਦ ਇਹਨਾਂ ਦੇ ਵਕੀਲ ਸਨ, ਉੱਤੋਂ ਜ਼ਿਮੀਂਦਾਰ ਵੀ ਸਨ, ਲਿਹਾਜ਼ਾ ਇੰਨੇ ਕੁ ਜੋਗੇ ਤੇ ਹੈ ਸਨ ਕਿ ਉਹ ਆਪਣੇ ਨਾਲ ਮੁੰਡਾ ਪੜ੍ਹਨੇ ਪਾਇਆ ਅਤੇ ਉਹਦੇ ਵਾਸਤੇ ਨਾਲ ਇੱਕ ਉਹ ਨੌਕਰ ਸੀ ਜਿਹੜਾ ਉਹ ਕੋਚਵਾਨ ਦਾ ਕੰਮ ਵੀ ਦਿੰਦਾ ਸੀ, ਨਾਲ ਉਹਨਾਂ ਨੇ ਘੋੜਾ ਜਾਂ ਘੋੜੀ ਅਤੇ ਟਾਂਗਾ, ਉਹ 2 ਸੀਟਰ ਉਹਨੂੰ ਕਹਿ ਲਓ ਤੁਸੀਂ, ਮਤਲਬ ਪੂਰੀ ਪ੍ਰੋਪਰ ਬੱਗੀ ਨਹੀਂ ਲੇਕਿਨ ਇੱਕ ਘੋੜੇ ਵਾਲੀ ਜਿਹੜੇ ਹੁੰਦੇ ਆ, ਉਹ ਉਹਨਾਂ ਨੇ ਸਵਾਰੀ ਵੀ ਰੱਖੀ ਵੀ ਚਲੋ ਸ਼ਦਾਰੇ ਦੇ ਕੋਲ ਜਾਂ ਇੱਧਰ ਕਰਕੇ ਨਾ ਰਾਵੀ ਦੇ ਕੋਲ ਕਰਕੇ ਰਿਹਾਇਸ਼ ਸੀ, ਅਤੇ ਆਂਦੇ ਨੇ ਕਾਲਜ ਪਰਲੇ ਪਾਸੇ ਸੀ ਸਾਨੂੰ ਜਾਣਾ ਉਹਨਾਂ ਸੇ, ਉਹ ਹੀ ਸਵਾਰੀ ਸੀ ਉਸ ਟਾਈਮ। ਅਤੇ ਉਹ ਤਰੀਕੇਕਾਰ ਵੀ ਇਹੀ ਸੀ ਵੀ ਉਹਨਾਂ ਸਵੇਰੇ ਉਹ ਉਹਨਾਂ ਨੂੰ ਕਾਲਜ ਛੱਡ ਆਉਂਦਾ ਸੀ, ਉੱਥੇ ਹੀ ਉਹ ਕਿਤੇ ਬਹਿ ਰਹਿੰਦਾ ਹੋਣਾ, ਵਾਪਸੀ ਤੇ ਇਹਨੂੰ ਨਾਲ ਲੈ ਆਉਣਾ, ਔਰ ਉਹਨਾਂ ਦੀ ਕਨਵੀਨਸ ਉਹੀ ਸੀ। ਕਹਿੰਦੇ ਨੇ ਜੀ ਉਹ ਪਾਬੰਦੀ ਲੱਗ ਗਈ, ਉਹਦਾ ਜਿਹੜਾ ਇਤਲਾਕ ਹੋ ਗਿਆ, ਨੋਟੀਫਿਕੇਸ਼ਨ ਹੋ ਗਿਆ, DC ਲਾਹੌਰ, ਅੰਗਰੇਜ਼ ਦਾ ਦੌਰ, ਅੰਗਰੇਜ਼ ਗਵਰਨਰ, ਸਾਰਾ ਕੁਛ। ਅਗਲੇ ਦਿਨ ਬਈ ਉਹਨੂੰ ਅਸਾਂ ਆਖਿਆ ਵੀ ਚੱਲ ਬਈ ਹੁਣ ਤਾਂ ਅਗਰ ਇਹਦੇ 'ਤੇ ਚੜ੍ਹ ਕੇ ਗਏ ਤਾਂ ਲਾ ਕਾਨੂੰਨੀਅਤ ਹੋਏਗੀ। ਉਹ ਉੱਥੇ ਗਏ ਅਤੇ ਉਹਨੂੰ ਉਹ ਇੱਕ ਜਗ੍ਹਾ 'ਤੇ ਸ਼ਾਹੀ ਕਿਲੇ ਦੇ ਕੋਲ ਕਰਕੇ ਉਹ ਅੰਗਰੇਜ਼ ਅਫਸਰ ਆਪਣਾ ਬਲਦੀਆ ਦਾ ਕਲਰਕ ਜਿਹਦੇ ਜ਼ਿੰਮੇ ਲਾਇਆ ਉਹਨੇ, ਉਹਨੇ ਉਹ ਘੋੜੇ ਜਮ੍ਹਾਂ ਕਰਨੇ ਸਨ ਅਤੇ ਟਾਂਗੇ ਜਮ੍ਹਾਂ ਕਰਨੇ ਸਨ, ਬੱਗੀਆਂ ਜਮ੍ਹਾਂ ਕਰਨੀਆਂ ਸਨ, ਸਾਰਿਆਂ ਦੀਆਂ ਕਰ ਰਹੇ ਸਨ। ਵੱਡੇ ਵੱਡੇ ਘੋੜੇ, ਚੰਗੀਆਂ 2-2 3-3 ਵਾਲੇ, 4-4 ਘੋੜਿਆਂ ਵਾਲੇ, ਅਤੇ ਇਸੇ ਤਰ੍ਹਾਂ ਦੀਆਂ ਲਸ਼-ਪਸ਼ ਕਰਦੀਆਂ ਉਹ ਟਰਾਮਾਂ ਅਤੇ ਉਹ ਉਹਨਾਂ ਦੇ ਜਿਹੜੀ ਬੱਗੀਆਂ। ਇਹ ਵੀ ਗਏ ਖੈਰ, ਅਤੇ ਆਂਦੇ ਨੇ ਅਸੀਂ ਤਾਂ ਉੱਥੇ ਪਿੱਛੇ ਬੈਠੇ ਰਹੇ, ਅਤੇ ਉਹਨੂੰ ਮੁੰਡੇ ਨੂੰ ਘੱਲਿਆ ਵੀ ਜਾ ਵੀ ਉਹਨਾਂ ਨੂੰ ਜਾ ਕੇ ਜਮ੍ਹਾਂ ਕਰਾ। ਵੇਖਿਆ ਜਾ ਕੇ ਮਾੜੀ ਜਿਹੀ ਘੋੜੀ ਪਿੱਛੇ ਉਹ ਰੰਗ ਸ਼ੰਗ ਵੀ ਐਡਾ ਉੱਡਿਆ ਹੀ ਸੀ ਟਾਂਗੇ ਦਾ, ਅਤੇ ਸੀਟਾਂ ਵੀ ਉੱਤੇ ਛੱਤ ਵੀ ਕੋਈ ਨਾ, ਮਾੜੀ ਮੋਟੀਆਂ ਜਿਹੀਆਂ ਸੀਟਾਂ, ਪਾਟੀਆਂ ਛਾਟੀਆਂ ਵੀ ਹੋਣੀਆਂ ਨੇ। ਉਹ ਐਨ ਵੇਖ ਕੇ ਬੜੀ ਹਕਾਰਤ ਨਾਲ ਅਤੇ ਉਸ ਆਖਿਆ ਇਹ ਜਮ੍ਹਾਂ ਕਰਾਉਣ ਲਿਆਂਦੀ ਆ, ਖਿੱਚਿਆ ਲੈ ਜਾਏ, ਇਹ ਨਹੀਂ ਜਮ੍ਹਾਂ ਕਰਨੀ, ਮਤਲਬ ਇਹ ਵੀ ਕੋਈ ਜਮ੍ਹਾਂ ਕਰਨ ਵਾਲੀ ਸ਼ਾਇਦ। ਖੈਰ ਉਹ ਅਸੀਂ ਆਂਦੇ ਨੇ ਆਪਣਾ ਮੂੰਹ ਲੈ ਕੇ ਅਤੇ ਘੋੜੀ ਉਸੇ ਤਰ੍ਹਾਂ ਟਾਂਗੇ ਘੋੜੇ ਚੜ੍ਹ ਕੇ ਬਾਹਰ, ਉਹਨੇ ਤਾਂ ਸਾਨੂੰ ਇਨਕਾਰ ਜੋ ਕਰ ਦਿੱਤਾ ਕਿ ਨਹੀਂ ਜਮ੍ਹਾਂ ਕਰਨਾ। ਕੋਈ ਪਰਚੀ ਵੀ ਲੱਭ ਗਈ ਹੋਣੀ ਵੀ ਆਏ ਸਨ ਅਤੇ ਅਸਾਂ ਇਹ ਉਹਦੇ 'ਚ ਕੁਆਲੀਫਾਈ ਨਹੀਂ ਕਰਦੀ। ਚੁਨਾਂਚੇ ਉਹ ਫਿਰ ਚੌਧਰੀ ਸਾਹਿਬ ਆਂਦੇ ਨੇ ਉਹਦੇ ਤਹਿਦੀਸ ਨੇਮਤ ਦੇ ਵਿੱਚ ਇਹਨੂੰ ਇੱਕ ਸ਼ੁਕਰ ਦੇ ਤਹਿਤ ਉਹਨਾਂ ਨੇ ਬਿਆਨ ਕੀਤਾ ਇਸ ਵਾਕਿਆ ਕਿ ਜਿਹੜੀ ਸਾਡੀ ਬਜ਼ਾਹਿਰ ਉਹਨਾਂ ਨੇ ਤਹਿਕੀਰ ਨਾਲ ਸਾਡੀ ਮਾੜੀ ਜਿਹੀ ਘੋੜੀ, ਮਾੜਾ ਜਿਹਾ ਟਾਂਗਾ, ਮਾੜੀ ਜਿਹੀ ਸਵਾਰੀ, ਉਹ ਜਿਹੜੀ ਤਹਿਕੀਰ ਸੀ ਉਹਨੇ ਰਿਜ਼ਲਟ ਇਹ ਦਿੱਤਾ ਕਿ ਉਹ 30-40 ਦਿਨ ਜਦੋਂ ਪਾਬੰਦੀ ਲੱਗੀ ਲਾਹੌਰ ਦੇ ਵਿੱਚ, ਅਤੇ ਮਾਲ ਰੋਡ 'ਤੇ ਇੱਕ ਸਿਰਫ ਉਹ ਸਾਡੀ ਘੋੜੀ ਅਤੇ ਸਾਡਾ ਟਾਂਗਾ ਹੀ ਹੁੰਦਾ ਸੀ, ਬਾਕੀ ਸਾਰੇ ਪੈਦਲ ਸਨ। ਉਹਨਾਂ ਦਿਨਾਂ 'ਚ ਅਗਰ ਸਵਾਰੀ ਹੈ ਸੀ ਦੇਸੀ ਬੰਦਿਆਂ ਕੋਲ, ਉਹ ਸਿਰਫ ਸਾਡੇ ਕੋਲ ਸੀ। ਤੁਹਾਡੇ ਜਿਹੜੇ ਅੱਜ ਕੱਲ੍ਹ ਦੇ ਫੈਸਲੇ ਨੇ ਔਰ ਤੁਹਾਡੀ ਇਸ ਵਕਤ ਦੀ ਜਿਹੜੀ ਅਪਰੋਚ ਹੈ, ਉਹ ਇਹ ਤਹਿਕੀਰ ਦੇ ਉੱਤੇ ਮਬਨੀ, ਜਿਹਨੂੰ ਪੰਜਾਬੀ ਜਾਂਦੇ ਨਾ ਤੁਹਾਡਾ ਛੋਹ ਨਹੀਂ ਪਿਆ ਪਰਿੰਦਾ, ਤੁਹਾਡਾ ਛੋਹ ਨਹੀਂ ਪਰਿੰਦਾ, ਅਤੇ ਅੱਗੋਂ ਇਹ ਅੱਲਾ ਦੀ ਮਸ਼ੀਅਤ ਹੈ ਵੀ ਉਹ ਇਹ ਇੱਕ ਮਾੜੇ ਜਿਹੇ ਘੋੜੇ, ਮਾੜੇ ਟਾਂਗੇ ਵਾਲੇ ਜਿਹੜੇ ਵੀ ਅਸੀਂ ਅਹਿਮਦੀ ਆਪਣਾ ਸਿਲਸਿਲਾ ਲਈ ਫਿਰਦੇ ਨੇ, ਉਹਨਾਂ ਆਪਣੇ ਕੱਪੜਿਆਂ 'ਚੋਂ ਬਾਹਰ ਤੋਂ ਕਦੇ ਵੀ ਨਹੀਂ ਹੋਏ। ਯਾਨੀ ਕਿਸੇ ਦੇ ਨਾਲ ਕੋਈ ਅੱਜ ਤੱਕ ਇਤਫਾਕ ਇਹਨੂੰ ਆਖੋਗੇ, ਇਹਨੂੰ ਕੀ ਆਖੋਗੇ। ਇੱਕ ਵਾਕਿਏ ਦੇ ਵਿੱਚ ਵੀ
अपने कपड़ियां तो बाहर होना, अपने वस्सों बाहर होना, रिस्पांस देन लग्या बेख्तियार हो जाना, ये सारियां इंसानी कमजोरियां ने। और इंसानां नाल जिस वेले एडी लह के लड़दे पे होइए तो एडा नहीं भी लिहाज करते कि यार उन्हें साढ़े ते राह नहीं इन्होंने कुछ छड्डिया सी। लेकिन अल्लाह ताला दा खास ही फजल है ना कि वो अपनी हदूद तो भी तजावज़ नहीं पे करते, वो अपने रख रखाव भी नहीं पे चेंज करते, वो अपने रिस्पॉन्सेस और रद्द अमल के उत्ते भी अल्लाह ताला ने उन्होंने कंट्रोल दिता है। लेकिन एक गल है कि जेड़े पासे तुसी टुरे जाते हो, तुहाडा ते हर रोज़ वेंदे पे ना किते DC जलील पे होंदे ने, चीफ सैकटरी बलोचिस्तान का वो कोई हैसियत नहीं रह गई। और ये मेरा फिक्र नहीं, ये तो अखबार छप रही हैं जड़ियाँ चीज़ां, मीडिया दीयां खबरां। जिहदा दिल करदा वो जज्जां नूं गालां कड्ढी आउंदे ने। धरने दे विच जिहड़ा फौतशुदा मौलवी सी, उन्हें जिन्नियां दिल करदे चीफ जस्टिस ऑफ पाकिस्तान नूं विचे, उन्हें विचे आर्मी चीफ नूं भी किसी नूं बख्शिया है सी? उन्हें मूँह छड्डे ने तो गालां कड्ढी जा रहे सन। आ जाके तुहाडी एक एक करके जिहड़े तुहाडे टोर और तुहाडियां है सन ना लश पश ते तुहाडियां बग्गियां ते तुहाडे आउणियां जाणियां, वो कुदरत का ही कोई अजिहा निज़ाम है कि तुहाडे हत्थ चों यानी रिट ऑफ गवर्नमेंट जिस टाइम और रिट ऑफ स्टेट जाती रहेगी तो वो ही बगियां ना तुहाडियां, वो ही तुहाडियां शैरियट्स ने ना, उन्हां ते चढ़ चढ़ के तुसीं फुदकदे सो। वो जगह जगह तुहाडी रिट जाती रहिंदी। वो मैं किसी दोस्त नूं बयानदा सा, मैं आख्या यार है तो माड़े आ, लेकिन अगे वो चौधरी साहब का वाक़या मैं उन्होंने सुनाया। मैं आख्या इंज ही होना तुहाडे पाकिस्तान दी जिहड़ी होने ना इंटैक्ट रहन दी और कायम और इस्तेहकाम दी जिहड़ी माल रोड है, ਉਹਦੇ ਉੱਤੇ एक अहमदियां दा ही टांगा घोड़ा होना है, बाकी तुहाडी हुण गल शल कोई नहीं। आ जाओ लंघ आओ, तुसीं अपने वाले करके वेख लो। वजह ये वे कि तुहाडी मतलब ये जिहड़े मैं इन्ने तहद्दी नाल तुहानूं गल कीती है ना, वो क्यों कीती है? तुहाडा मुतालबा की है? तुहाडा मुतालबा है कि मिर्ज़ा साहब नूं छड्ड दिओ, उन्हां नूं आखो झूठे ने, उन्हां नूं आखो खुदा वल्लों नहीं, ये भाई नहीं असीं आंदे। जिमें जदों ये दीर चित्राल जिन्होंने पहला ज़रबे अज़ब शुरू की सी ना, तो उत्थे इस्लामाबाद कायद-ए-आज़म यूनिवर्सिटी के हट्स के उत्ते बहस छिड़ी, यार कुछ इसमें कोई वे आउट निकाला जाए, यार ये इस तरह टकराओ और ये इस तरह अपने शहरियों के ऊपर। मैं क्या तुसीं खुदा दा नाम मन्नो, सूफी मुहम्मद नाल इन्हां दे मुज़ाकरात नहीं चलने, तालिबान नाल इन्हां दे मुज़ाकरात नहीं फबने। वजह ये वे कि जे ये कहण कि चलो इंज कम करो, इत्थों तक तुसीं इंज ही रखो, अपनियां शरीयतां बनाई रखो, उत्थे ज़ाहिर उन्हां अदालतां भी अपनियां बना लईआं सन। वो एडे कम ज़रफ और कमीने और घटिया लैवल दे ने कि उन्हें परले पासे मूँह करके अपने फॉलोअर्स नूं की आखना है पता जी? उन्हें आखना है वहाँ तक का इलाका आज के मुआहदे के नतीजे में खुदा के फजल से तालिबान ने फतह कर लिया है, मुजाहिदीन इस पे अब काबिज़ हैं, हुकूमत पाकिस्तान ने हमारे साथ लिखा कर लिया है, अब हमारा अगला टारगेट पेशावर है, अब हमारा अगला टारगेट मानसेरा है। फिर वो और मैं क्या उतों इन्होंने मुसीबत ये वे फौजी अगे वैस्टेज वाली जी पेशावर रोड तो पेशावर मोड़ तो पिछा वो जो पिंडी कैंट है उत्थे तक वो उत्थे आके फिर वो आखन गया अगला सारा टारगेट हो। और उन्हें किया भी इंजी, उन्होंने मुज़ाकरात हो नहीं सन सकते क्योंकि वो किसी एक गल ते खलो नहीं सकते। वो झूठे इन्ने ने, वो बेईमान इन्ने सन, वो मुनाफिक इन्ने सन, और उन्होंने एंटी स्टेट सरगर्मियां का लैवल वो सी कि उन्होंने स्टेट की गल करती। साडे मामले च वे कि भाई साडे मामले च तुसी साडे कोल जिहड़ी गल मनवांदे पे हो, ये गल मनवाण दा हक तुहानूं आईन नहीं देंदा, ना किसी फौजी रजीम नूं, ना किसी सियासी रजीम नूं, किसी शख्स नूं पाकिस्तान दा आईन ये हक नहीं देंदा कि वो ये कवे कि फलाने फलाने बंदे अपने अकीदे और फेथ साढ़े को पुछ के इख्तियार करन, किनू उन्हें मनना। अच्छा मैंने एक सियाणे ने एक बड़ी अजीब गल की और काबिल शर्म है तुहाडे वास्ते। उन्हें आख्या तुसी सिख, हिंदू, ईसाई, पारसी, यहूदी, कोई भी गैर मुस्लिम, उन्होंने तुसी कुछ नहीं आंदे, वो आज़ सल्लम नूं सिरे तो ही नहीं मनता। मैं रसूलुल्लाह सल्लल्लाहु अलैहि वसल्लम नूं यानी अहमदी रसूलुल्लाह सल्लल्लाहु अलैहि वसल्लम नूं नबियां दा सरदार मनदा, वो आज़ सल्लल्लाहु अलैहि वसल्लम नूं खातमुन नबीयीन मनदा, उन्हां दी शरीयत और उन्हां दे कुरान नूं खातमुल कुतुब मनदा। सिर्फ
खत्मे नबूवत की थोड़ी तशरीह नहीं मनता, अपनी जिहड़ी उन्होंने आज़ सल्लम ने समझाई है और जिहड़ी कुरान के रूह नाल साबित है, वो उस तशरीह उन्होंने खातमुन नबीयीन मनता, मगर नबियां का सरदार मनता। ਉਹਨੂੰ ਤੁਸੀਂ ਰਹਿਣ ਨਹੀਂ ਦਿੰਦੇ। ਜਿਹੜੇ ਖੁਦ ਆज़ सल्लम ਨੂੰ ਕੁਝ ਵੀ ਨਹੀਂ ਮੰਨਦੇ, ਉਹਨਾਂ ਨਾਲ ਤੁਹਾਨੂੰ ਕੋਈ ਮਸਲਾ ਨਹੀਂ। ਉਹਨਾਂ ਨਾਲ ਗੁੰਬਦੇ ਖਿਜ਼ਰਾ 'ਚ ਕੋਈ ਆज़ सल्लम ਨੂੰ ਤੁਹਾਡੇ ਖਤੀਬਾਂ ਦੇ ਬਕੌਲ ਆज़ सल्लम ਦੇ ਤੋਂ ਗੁੰਬਦੇ ਖਿਜ਼ਰਾ ਜਿਹੜਾ ਉਹ ਤੇ ਅਬਦੀ ਸਕੂਨ ਦੀ ਅਬਦੀ ਰਾਹਤ ਦੀ ਜਗ੍ਹਾ। ये झूठ बोलते हैं ਜਿਹੜਾ ਕਹਿੰਦੇ ਨੇ जब तुम ये करते हो तो गुंबद खिजरा में नबी पाक सल्लल्लाहु अलैहि वसल्लम की रूह, नबी पाक सल्लल्लाहु अलैहि वसल्लम की रूह ਨੂੰ खुदा ताला ने ਤੁਹਾਡੀ तफहीम तो ਅੱਗੇ ਦੀ ਸਕੀਨਤ अता की। ये नारेबाजी ਤੁਹਾਡੇ ਇਹਨਾਂ ਜੋਹਲਾ ਵਾਸਤੇ ਵੀ ਜਿਹੜੇ ਨੂੰ ਮਗਰ ਲਾਇਆ ਤੁਸੀਂ, ਔਰ ਇਸ ਨਾਰੇਬਾਜ਼ੀ ਦੇ ਨਤੀਜੇ 'ਚ ਹੁਣ ਉਹ ਵੱਡੀਆਂ ਵੱਡੀਆਂ ਜਿਹੜੀਆਂ ਬਗੀਆਂ ਨੇ ਉਹਨਾਂ ਸਾਰੀਆਂ ਦਾ ਅਖੀਰ ਹੈ। ਇਹ ਟਾਂਗਾ ਘੋੜਾ ਇੱਕ ਜਮਾਤ ਵਾਲੇ ਜਮਾਤ ਅਹਿਮਦੀਆ ਵਾਲੀ ਹੈ ਜਿਹੜਾ ਇੰਟੈਕਟ ਹਾਲਤ ਵਿੱਚ ਨਜ਼ਰ ਆ ਰਿਹਾ। ਇਹਦੇ ਇੰਟੈਕਟ ਹੋਣ ਦੇ ਨਾਲ ਮੈਂ ਜ਼ਿਆਦਾ ਤਾਂ ਨਹੀਂ, ਹੁਣ ਮੈਂ ਗੱਲਾਂ ਜਿਹੜੀਆਂ ਦੋ ਮੋਟੀਆਂ ਮੋਟੀਆਂ ਅੱਜ ਕਰਨੀਆਂ ਸਨ, ਇੱਕ ਉਹ ਬੱਗੀ ਦੀ ਵਾਪਸੀ ਵਾਲੀ ਤੇ ਇੱਕ ਇਹ ਕਿ ਜਿਹੜਾ ਤੁਹਾਡਾ ਮੁਤਾਲਬਾ ਉਸ ਮੰਨ ਨਹੀਂ ਸਕਦੇ, ਔਰ ਉਹ ਮੁਤਾਲਬਾ ਮਨਵਾਉਣ ਦਾ ਤੁਹਾਨੂੰ ਆਈਨ ਇਜਾਜ਼ਤ ਨਹੀਂ ਦਿੰਦਾ। ਇਹ ਵੇ ਬੁਨਿਆਦੀ ਗੱਲ। और तुसी झूठ बोल के, रियासत भी झूठ बोल के और हुकूमत भी झूठ बोल के मुलायत का साथ दे रही है, क्योंकि आइन की इजाजत नहीं देता। सुप्रीम कोर्ट दे विच फैसले महफूज कर लेने। अगली गल है कि वो अलहदा गुफ्तगू है किसी होर प्रोग्राम में सही कि किन्ने ने तो इन्हां नाल की करना जे इत्थे अहमदियां दा, लेकिन जो भी तुहाडी सलाह है ना वो ये तवा तप नहीं सकता, मजबूरी है। वो मेन गल जिहड़ी है वो मैं अर्ज कर दी है, ये काम होना कोई नहीं। लेकिन आखिर ते मिर्ज़ा साहब का एक फ़िक्र है, बस तुम खुदा से मत लड़ो कि ये तुम्हारा काम नहीं कि मुझे हलाक कर सको। बस जे कर सकते हो तो करके वेख लो। इस शरत के उत्ते तुसी अहमदियां नूं किहड़ा हकूक ते किहड़ी चीज़ देना चाहते हो, ये मन के तो अगला रौला पिया सारा। ਤੁਹਾਡਾ ख्याल है कि जिथे जिहड़ी गल दे उत्ते जमात अहमदिया 150 साल ते 130 सालों ते कायम है, वो तुहाडी एक छोटी जी किसी दिन की शोरश नाल किसी जगह की शोरश नाल कोई तब्दीली नहीं होनी। अमरे वाकया है ना, वो एक दिन एक जाहिल उतो पाकिस्तान तो उठा तो मैं वीडियो वेखी, अखे जी वो लंदन से इनके खलीफा को ये कहा जाए कि वो इनको कहें कि आप आइन की पैरवी करें। मैं आख्या खुदा दे बंदिया अन्ना हो गया तू। उन्होंने टाइटल है खलीफतुल मसीहुल खामिस, यानी मिर्ज़ा गुलाम अहमद कादियानी अलैहिस्सलाम दे 5वें खलीफा। तुहाडे फुदकन दे नतीजे जो खुदा मिर्ज़ा साहब की तालीम के खिलाफ किस तरह का नोटिफिकेशन जारी कर देंगे तुहाडे ख्याल च? इस तरह दी जहालतां तुहानूं मुबारक ने और तुसीं इंज करदे भी हो। तुसीं आज़ सल्लम दे कित्थे सके हो, तुसीं अपने मुल्क दे कित्थे सके हो, तुसीं अपनी हुकूमतां दे नाल कदों सके हो। ये तवक्को तुसीं अगर अहमदिया लीडरशिप या अहमदिया अफराद तो रखते हो, ये झूठ है। ठीक है, मतलब अल्लाह ताला ने सब्र भी दिता है, हौसला भी दिता है, उत्ते वो खिलाफत भी दी है, वो एक ढाल है और एक चादर है, वो चढ़ी है साढ़े ते तस्कीन की, कुछ भी नहीं होंदा। बाकी तू तीर आजमा हम जिगर आजमाए, वो चलते रहा खाता, लेकिन इस दे विच हौली हौली एंड ये निकलता है कि तुसी अपनी सोसाइटी का हर शोबा दिन ब दिन डिसमैंबर करते जा रहे हो। और इस एक इशू के पिछे पै के वो हज़ार हा इशू जिहड़े इस वक्त मुल्क नूं घेरी बैठे ने, वो हज़ार हा मसाइल और खुद तुहाडी अपनी सोवरेनिटी, खित्ते दे विच तुहाडी मौजूदगी, तुहाडी मईशत, तुहाडी मुआशरत, वो सारा कुछ एट स्टेक है। तो किते वेले होवो, असां तुहानूं आख्या की अज तक, आगामी असां तुहानूं की आखना, तो तुसीं मेहरबानी करके ना तो वो काम करो जिहड़े तुहाडी इस वक्त बका दे उत्ते जिहड़े मसाइल आए ने उन्हां 'च असीं तुहाडे नाल हां, और सानूं जो कुछ दिसदा पिया उहदे मुताबिक तुसीं उन्हां 'च अपनी हुकूमतां दे नाल नहीं, तुसीं उन्हां 'च रियासत दी बुनियादां खोखलियां करने 'च अपना किरदार अदा कर रहे हो। तो रियासत हुण कम अज़ कम इन्नी तो होनी चाहिए
कि वो तो वेख ले भी उन्होंने सक्का केड़ा ते मतरिया केड़ा। और सक्का जिहड़ा ना वो जलूस और मॉब साइकोलॉजी नाल नहीं बनता, सक्का अपने करतूतां नाल बनता। किहड़े वेले मतलब आइन दे हकूक जितने तुसें साडे वायोलेट कीते ने उन्हें अजी बेनज़ीर दे मरियम दे इन्हां दे फजलुर रहमान दे तो उन्हें हकूक तुसें वायोलेट नहीं कीते। अगले निकले ना बाहर डंडे फट्टे लै के, ना वो साढ़े तो ज़्यादा मुनज़म ने, ना उन्होंने को ज़्यादा साढ़े को मतलब झूठ से आसे अगर वो निकल सकते हैं असी सच से कायम हो। इस वास्ते शुक्र करो और अल्लाह ताला ठंडी करके खाओ। अगर साढ़े वालों तुहानूं सुकून नसीब है तो सुकून रहन क्यों नहीं पे देंदे। ये मतलब तो नहीं घरों कड्ढण वाले हिसाब से ना उतरो और उस पासे टुरो जेड़े पासे अगों कोई रोशनी की किरण दिस पवे। मैं लिस्ट बनाई कि ए मसले ने वो हल करके आ जाओ, जिदन उन्होंने कर लियो जे ना उस दिन अहमदी हाल फिर दोबारा शुरू हो जाए। अगे 53 74 84 हो कर ही बैठे हो ना, कानून साजियां तो अगे की बैठे हो, होर की करना जो। मरदा बंदा जिहड़ा ना वो तुहाडी ख्वाहिश नाल नहीं मरदा, मरदा आई नाल अल्लाह ताला कोल। जमात नूं अगर ख़त्म खुदा ने ना करना होया और अहमदियां दे साह अल्लाह ने रखे ने, तुसां की कर लेना पिओ दा। साडी एक माड़ी जी फुफी सी तो मतलब उन्हें उन्होंने किसी इंजे कोई धमकी वाले अंदाज की गल पहुंची फलाने पासों तो वह अज भैन दे ने उस आख्या तो किहड़े बंदे दियां दो कबरां होंदियां ने, हर बंदे दी एक ही कबर हुंदी। इस वास्ते कबर एक ही हुंदी बंदे दी, तो उहदे च आप भी इज्जत नाल पवो तो साडी वारी आई तो असीं भी अपनी कबर च जाना, तुहाडी च नहीं वड़न लगे। फी अमान अल्लाह। अस्सलाम वालेकुम वरहमतुल्लाह।